ਪਾਵਨ ਕਥਾ ਵਿਚਾਰ ਦਾ ਸਮਾਂ ਹੋਇਆ। ਦੇਵ ਨੀਤ ਨਾਲ ਵੇਖੋ ਗੁਰੂ ਪਿਆਰੀ ਸਾਧ ਸੰਗਤ, ਆਪ ਜੋ ਕਿ ਹੋਲੇ ਮਹੱਲਿਆਂ ਦੇ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਸ੍ਰੀ ਅਨੰਦਪੁਰ ਸਾਹਿਬ ਨਗਰੀ ਦੂਰਾਂ ਦੁਰਾਡਿਆਂ ਤੋਂ ਚੱਲ ਕੇ ਪਹੁੰਚੇ ਹੋ, ਤੇ ਜੋ ਲੜੀਵਾਰ ਕਥਾ ਵਿਚਾਰ ਦਾ ਪ੍ਰਵਾਹ ਚੱਲ ਰਿਹਾ ਉਹ ਵੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਦੀ ਹੀ ਕਥਾ ਵਿਚਾਰ ਦਾ ਪ੍ਰਵਾਹ ਚੱਲ ਰਿਹਾ ਹੈ। ਸੋ ਪਿਛਲੇ ਦੀਵਾਨਾਂ ਅੰਦਰ ਚੱਲ ਰਹੀ ਲੜੀਵਾਰ ਕਥਾ ਵਿਚਾਰ ਅੰਦਰ ਪ੍ਰਸੰਗ ਆਇਆ ਸੀ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਮਗਰੋਂ ਸਤਿਗੁਰਾਂ ਦਾ ਪਾਵਨ ਸੀਸ ਜੋ ਅਨੰਦਪੁਰ ਸਾਹਿਬ ਨਗਰੀ ਪਹੁੰਚਿਆ, ਤਿਸ ਪਾਵਨ ਸੀਸ ਦਾ ਅੰਤਮ ਦਾਹ ਸੰਸਕਾਰ ਕਰਨ ਉਪਰੰਤ ਮਾਤਾ ਗੁਜਰੀ ਤੇ ਮਾਤਾ ਨਾਨਕੀ ਜੀ ਨੇ ਸਮੂਹ ਦਾਸ ਗੁਰਸਿੱਖ ਤੇ ਮਸੰਦਾਂ ਨੂੰ ਕਹਿ ਕੇ ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਜੀ ਦੀ ਦਸਤਾਰਬੰਦੀ ਦੀ ਤਿਆਰੀ ਕੀਤੀ ਗਈ ਹੈ। ਭਾਵੇਂ ਗੁਰਤਾ ਗੱਦੀ ਦਿੱਲੀ ਤੋਂ ਲੈ ਕੇ ਸਿੱਖ ਪ੍ਰਥਮ ਹੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਪਹੁੰਚ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਸੌਂਪ ਚੁੱਕਾ ਸੀ, ਤਦਪੀ ਜੋ ਗੁਰੂ ਘਰ ਦੀ ਮਰਜ਼ਾਦਾ ਹੈ ਕਿ ਗੁਰਤਾ ਦਾ ਤਿਲਕ ਜਿਹੜਾ ਹੈ ਉਹ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਜਿਹੜੇ ਵੰਸ਼ਜ ਹੈ ਉਹੀ ਗੁਰਤਾ ਦਾ ਤਿਲਕ ਦਿੰਦੇ ਰਹੇ ਹੈ। ਇਸ ਵਾਸਤੇ ਭਾਈ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ ਜੋ ਭਾਈ ਗੁਰਦਿੱਤਾ ਜੀ ਸਨ, ਉਹ ਤੇ ਦਿੱਲੀ ਹੀ ਆਪਣਾ ਤਨ ਤਿਆਗ ਕੇ ਸੱਚਖੰਡ ਨੂੰ ਚਲੇ ਗਏ। ਉਹਨਾਂ ਦੇ ਸੁਪੁੱਤਰ ਭਾਈ ਰਾਮ ਕੌਰ ਜੀ ਜੋ ਰਮਦਾਸ ਕੇ ਨਗਰ ਰਹਿੰਦੇ ਸਨ, ਮਾਤਾਵਾਂ ਨੇ ਰਮਦਾਸ ਕੇ ਨਗਰ ਵੀ ਸੂਚਨਾ ਭੇਜੀ ਕਿ ਸਾਹਿਬਜ਼ਾਦੇ ਨੂੰ ਧੰਨ ਕਲਗੀਧਰ ਪਾਤਸ਼ਾਹ ਜੀ ਨੂੰ ਗੁਰਤਾ ਦਾ ਤਿਲਕ ਜਿਹੜਾ ਹੈ ਉਹ ਆਪਣੇ ਕਰ ਕਬਲਾਂ ਦੇ ਨਾਲ ਆ ਕੇ ਲਾਓ। ਸੋ ਜਿੱਥੇ ਰਮਦਾਸ ਕੇ ਨਗਰ ਸੂਚਨਾ ਪਹੁੰਚੀ, ਉੱਥੇ ਸਮੂਹ ਵੱਖ-ਵੱਖ ਇਲਾਕਿਆਂ ਦੇ ਵਿੱਚ ਗੁਰਾਂ ਦੀ ਦਸਤਾਰਬੰਦੀ ਦੀ ਸੂਚਨਾ ਸਭ ਸਥਾਨਾਂ ਤੇ ਪਹੁੰਚੀ ਹੈ। ਸਤਿਗੁਰਾਂ ਦੀ ਕੀਰਤੀ, ਗੁਰਾਂ ਦਾ ਜਸ, ਗੁਰੂ ਦੀ ਮਹਿਮਾ, ਸਤਿਗੁਰਾਂ ਦਾ ਜੋ ਜਲਾਲ, ਗੁਰਾਂ ਦਾ ਸੌਂਦਰਯ ਸਰੂਪ, ਜਿਸ ਨੂੰ ਕੰਨਾਂ ਦੁਆਰਾ ਸੁਣ ਸੁਣ ਸੰਗਤਾਂ ਦੇ ਮਨ ਦੇ ਵਿੱਚ ਬੜੀ ਉਮੰਗ ਉਤਪੰਨ ਹੋ ਰਹੀ ਸੀ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ। ਸੋ ਗੁਰਾਂ ਦੇ ਇਸ ਦਸਤਾਰਬੰਦੀ ਵਾਲੇ ਦਿਨ ਨੂੰ ਮੁੱਖ ਰੱਖਦਿਆਂ ਦੂਰਾਂ ਦੁਰਾਡਿਆਂ ਤੋਂ ਚੱਲ ਕੇ ਹੁਮ ਹੁਮਾ ਕੇ ਸ੍ਰੀ ਅਨੰਦਪੁਰ ਸਾਹਿਬ ਨਗਰੀ ਸਿੱਖ ਸੰਗਤਾਂ ਆਉਣ ਲੱਗੀਆਂ। ਜਿਵੇਂ ਹੁਣ ਸੰਗਤਾਂ ਆਈਆਂ ਹਨ ਹੋਲੇ ਮਹੱਲਿਆਂ ਤੇ, ਥਾਂ ਥਾਂ ਸੰਗਤਾਂ ਦੇ ਪੜਾਅ ਲੱਗੇ ਆ, ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਨਗਰੀ ਦੇ ਚੌਗਿਰਦੇ ਹੀ ਸਿੱਖ ਸੰਗਤਾਂ ਦੇ ਦੂਰ ਦੂਰ ਤੱਕ ਪੜਾਅ ਲੱਗ ਗਏ, ਤੰਬੂ ਲੱਗ ਗਏ, ਸ਼ਿਗਰ ਲੱਗ ਗਏ ਹੈ। ਵੱਡੀ ਗਿਣਤੀ ਵਿੱਚ ਸੰਗਤਾਂ ਦਾ ਸ੍ਰੀ ਅਨੰਦਪੁਰ ਸਾਹਿਬ ਨਗਰੀ ਇਕੱਠ ਹੋਇਆ ਤੇ ਉਧਰ ਭਾਈ ਰਾਮ ਕੌਰ ਜੀ ਵੀ ਰਮਦਾਸ ਕੇ ਤੋਂ ਸ੍ਰੀ ਅਨੰਦਪੁਰ ਸਾਹਿਬ ਨਗਰੀ ਨੂੰ ਆ ਰਹੇ ਹਨ। ਸੋ ਇਹ ਪ੍ਰਸੰਗ ਜਿਹੜਾ ਹੈ ਉਹ ਪਿਛਲੇ ਦੀਵਾਨਾਂ ਅੰਦਰ ਆਪ ਸਿੱਖ ਸੰਗਤਾਂ ਨੇ ਸਰਵਣ ਕੀਤਾ। ਇਸ ਤੋਂ ਅੱਗੋਂ ਪਾਵਨ ਕਥਾ ਦੀ ਪ੍ਰਾਰੰਭਤਾ ਹੋ ਰਹੀ ਹੈ। ਸੰਕਲਪਾਂ ਵਿਕਲਪਾਂ ਨੂੰ ਪ੍ਰਸ਼ਿਨ ਕਰਦਿਆਂ ਹੋਇਆਂ
ਮਨੋਬਿਰਤੀਆਂ ਦੇ ਤਾਈ ਏਕਾਗਰ ਕਰਦਿਆਂ ਹੋਇਆਂ ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਬ ਸੰਗਤ ਮਹ ਨਿਸ਼ਚਾ ਹੋਏ। ਕਵੀ ਸੰਤੋਖ ਸਿੰਘ ਜੀ ਦੱਸ ਰਹੇ ਹੈ ਕਿ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ ਗੁਰਤਾ ਦਾ ਤਿਲਕ ਮੱਥੇ ਤੇ ਲਾਉਂਦੇ ਆ ਕੇ ਤਾਂ ਸੰਗਤ ਵਿੱਚ ਨਿਸ਼ਚਾ ਵੱਜਦਾ ਕਿ ਇਹੀ ਗੁਰੂ ਹੈ, ਕਿਉਂਕਿ ਗੁਰਤਾ ਵਿੱਚ ਵੀ ਅਨੇਕ ਰੌਲੇ ਪੈਂਦੇ ਰਹੇ। ਜੈਸੇ ਕਿ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਦਾ ਤਿਲਕ ਮਿਲਿਆ ਤੇ ਉਸ ਵੇਲੇ ਬਾਬਾ ਸ੍ਰੀ ਚੰਦ ਜੀ ਉਹਨਾਂ ਦੇ ਕਾਲ ਵੀ ਇਸ ਤਰ੍ਹਾਂ ਗੁਰਤਾ ਵਿੱਚ ਰੌਲਾ ਪਿਆ। ਜੇ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਦਾ ਤਿਲਕ ਮਿਲਿਆ ਤੇ ਗੁਰੂ ਅੰਗਦ ਦੇਵ ਜੀ ਦੇ ਸੁਪੁੱਤਰ ਬਾਬਾ ਦਾਤੂ ਜੀ ਨੇ ਸੰਗਤ ਵਿੱਚ ਇਹ ਰੌਲਾ ਪਾਇਆ ਕਿ ਅਧਿਕਾਰ ਸਾਡਾ ਸੀ, ਗੁਰੂ ਅਸੀਂ ਆ, ਇਹਨਾਂ ਨੂੰ ਕਿਵੇਂ ਗੁਰਤਾ ਮਿਲ ਸਕਦੀ ਹੈ। ਸੋ ਸਮੇਂ ਸਮੇਂ ਦੇ ਨਾਲ ਗੁਰਤਾ ਦੇ ਵਿੱਚ ਵੀ ਰੌਲੇ ਪੈਂਦੇ ਰਹੇ ਤੇ ਸੰਗਤਾਂ ਜਿਹੜੀਆਂ ਵਿਚਲਿਤ ਹੋ ਜਾਂਦੀਆਂ ਕਿ ਗੁਰੂ ਕੌਣ ਹੈ, ਗੁਰੂ ਬਾਬਾ ਦਾਤੂ ਜੀ ਹੈ ਜਾਂ ਗੁਰੂ ਅਮਰਦਾਸ ਸਾਹਿਬ ਜੀ ਹੈ, ਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਹੈ ਕਿ ਗੁਰੂ ਧੀਰ ਮੱਲ ਹੈ, ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਹਨ ਜਾਂ ਗੁਰੂ ਬਾਬਾ ਰਾਮ ਰਾਏ ਜੀ ਹੈ। ਸੰਗਤਾਂ ਦੇ ਵਿੱਚ ਐਸੀ ਦੁਬਿਧਾ ਖੜੀ ਹੋ ਜਾਂਦੀ ਤਾਂ ਉਹ ਦੁਬਿਧਾ ਦੀ ਨਿਵਰਤੀ ਕਦੋਂ ਹੁੰਦੀ? ਜਦੋਂ ਬਾਬਾ ਬੁੱਢਾ ਸਾਹਿਬ ਜੀ ਜਾਂ ਉਹਨਾਂ ਦੇ ਵੰਸ਼ਜ ਉਹ ਗੁਰਤਾ ਦਾ ਆ ਕੇ ਤਿਲਕ ਲਾ ਦਿੰਦੇ। ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੱਲੋਂ ਇਹ ਵਰਦਾਨ ਪ੍ਰਾਪਤ ਸੀ ਕਿ ਇਹ ਭਾਈ ਬਾਬਾ ਬੁੱਢਾ ਸਾਹਿਬ ਜੀ, ਅਸੀਂ ਤੁਹਾਡੀ ਦ੍ਰਿਸ਼ਟੀ ਤੋਂ ਕਦੇ ਓਝਲ ਨਹੀਂ ਹੋਵਾਂਗੇ, ਅਸੀਂ ਤੁਹਾਡੀ ਦ੍ਰਿਸ਼ਟੀ ਤੋਂ ਕਦੇ ਓਹਲੇ ਨਹੀਂ ਹੋਵਾਂਗੇ, ਜਿੱਥੇ ਵੀ ਹੋਵਾਂਗੇ ਤੁਸੀਂ ਪਛਾਣ ਲਿਆ ਕਰੋਗੇ। ਬਾਬਾ ਬੁੱਢਾ ਸਾਹਿਬ ਜੀ ਤਥਾ ਉਹਨਾਂ ਦੀ ਵੰਸ਼ ਨੂੰ ਇਹ ਵਰਦਾਨ ਸੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੱਲੋਂ। ਇਹੀ ਕਾਰਨ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਪਛਾਣ ਲੈਂਦੇ ਸੀ ਗੁਰੂ ਨਾਨਕ ਦੇਵ ਜੀ ਦੀ ਜੋਤ ਹੁਣ ਕਿਹਨਾਂ ਦੇ ਵਿੱਚ ਇਹ ਸਥਿਤ ਹੋਈ ਹੈ, ਗੁਰੂ ਨਾਨਕ ਦੇਵ ਜੀ ਦੀ ਜੋਤ ਹੁਣ ਕਿਹਨਾਂ ਵਿੱਚ ਵਿਰਾਜਮਾਨ ਹੋਈ ਹੈ। ਇਸ ਵਾਸਤੇ ਸੰਗਤਾਂ ਦੇ ਮਨ ਦੇ ਵਿੱਚ ਉਦੋਂ ਨਿਸ਼ਚਾ ਆਉਂਦਾ ਜਦੋਂ ਬਾਬਾ ਬੁੱਢਾ ਸਾਹਿਬ ਜੀ ਗੁਰਤਾ ਦਾ ਤਿਲਕ ਦਿੰਦੇ। ਸਤਿਗੁਰੂ ਜੀ ਕਦੇ ਬਾਬਾ ਬੁੱਢਾ ਸਾਹਿਬ ਜੀ ਦੀ ਦ੍ਰਿਸ਼ਟੀ ਤੋਂ ਓਝਲ ਨਹੀਂ ਹੋਏ। ਜੇ ਕਰਤਾਰਪੁਰ ਸਾਹਿਬ ਨਗਰੀ ਤੋਂ ਚੱਲ ਕੇ ਤੇ ਖਡੂਰ ਸਾਹਿਬ ਆ ਕੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਮੰਦਿਰ ਦੇ ਵਿੱਚ, ਮਕਾਨ ਦੇ ਵਿੱਚ, ਇੱਕ ਕੋਠੇ ਵਿੱਚ ਆਪਣੇ ਆਪ ਨੂੰ ਬੰਦ ਕਰਕੇ ਬੈਠ ਗਏ ਤੇ ਮਾਤਾ ਸਭਰਾਈ ਨੂੰ ਕਿਹਾ ਕਿ ਕਿਸੇ ਨੂੰ ਸਾਡੇ ਅੰਦਰ ਹੋਣ ਦੀ ਸੂਚਨਾ ਨਹੀਂ ਦੇਣੀ। ਤੁਸੀਂ ਸੰਗਤਾਂ ਵਿਚਲਿਤ ਹੋ ਗਈਆਂ, ਗੁਰੂ ਬਿਨਾਂ ਸੰਗਤਾਂ ਅਨਾਥ ਹੋ ਗਈਆਂ। ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਈਆਂ, ਬਾਬਾ ਜੀ ਗੁਰੂ ਲਭਾਓ। ਬਾਬਾ ਬੁੱਢਾ ਸਾਹਿਬ ਜੀ ਖਡੂਰ ਸਾਹਿਬ ਨਗਰੀ ਪਧਾਰੇ। ਮਾਤਾ ਸਭਰਾਈ ਜੀ ਦੇ ਕੋਲੋਂ ਪੁੱਛਿਆ ਤੇ ਮਾਤਾ ਜੀ ਗੁਪਤ ਰਹੇ, ਨਾ ਕੁਝ ਹਾਂ ਤੇ ਨਾ ਨਾ। ਪਤਾ ਤੇ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ
ਪਰ ਅੰਤਰਜਾਮਤਾ ਵੀ ਪ੍ਰਗਟ ਨਹੀਂ ਨਾ ਕਰਕੇ ਵਿਖਾਉਣੀ, ਕਰਾਮਾਤ ਵਿਖਾਉਣੀ ਗੁਰੂ ਘਰ ਵਿੱਚ ਕਹਿਰ ਦਾ ਨਾਮ ਹੈ। ਸੋ ਇਸ ਤਰ੍ਹਾਂ ਫਿਰ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਿ ਆ ਜਿਹੜਾ ਕੋਠਾ ਇਹਦਾ ਬੂਹਾ ਕੋਈ ਨਹੀਂ ਰੱਖਿਆ, ਤੇ ਇਹ ਚਲੋ ਬੂਹਾ ਹੀ ਕੱਢ ਦਈਏ ਇਹਦਾ। ਉਹ ਕੋਠੇ ਦਾ ਬੂਹਾ ਬਾਬਾ ਬੁੱਢਾ ਸਾਹਿਬ ਜੀ ਨੇ ਇਉਂ ਇੱਟਾਂ ਲਾ ਕੇ ਖੁਲਵਾਇਆ ਤੇ ਅੰਦਰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਸੁਸ਼ੋਭਿਤ ਹੈ। ਇਸੇ ਤਰ੍ਹਾਂ ਸੰਨ ਸਾਹਿਬ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਜਾ ਕੇ ਛੁਪ ਗਏ, ਤਦੋਂ ਵੀ ਸੰਗਤਾਂ ਵਿਚਲਤ ਹੋ ਗਈਆਂ ਤੇ ਬੂਹਾ ਬੰਦ ਕਰਕੇ ਲਿਖ ਦਿੱਤਾ, ਜਿਹੜਾ ਬੂਹਾ ਖੋਲੇਗਾ ਸਾਡਾ ਸਿੱਖ ਨਹੀਂ ਤੇ ਉਹਦੇ ਗੁਰੂ ਨਹੀਂ। ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਜੀ ਸੰਨ ਸਾਹਿਬ ਗਏ ਤੇ ਬੂਹਾ ਖੋਲੇ ਹੀ ਨਾ, ਪਿੱਛੋਂ ਸੰਨ ਲਾ ਲਈ, ਪਿੱਛੋਂ ਕੰਧ ਭੰਨ ਲਈ, ਸੰਨ ਲਾ ਕੇ ਤੇ ਸਤਿਗੁਰਾਂ ਕੋਲ ਪਹੁੰਚ ਗਏ। ਸਤਿਗੁਰੂ ਜੀ ਵੇਖ ਕੇ ਵੀਰ ਰਸ ਚ ਆਏ, ਸਾਡਾ ਦੇਸ਼ ਦਾ ਜਿਹੜੀ ਹੈ ਉਹ ਤੁਸਾਂ ਅਵਹੇਲਣਾ ਕੀਤੀ ਹੈ, ਸਾਡੇ ਹੁਕਮ ਦੀ ਉਲੰਘਣਾ ਕੀਤੀ ਤੁਸਾਂ। ਨਹੀਂ ਪਾਤਸ਼ਾਹ, ਦਾਸ ਦੀ ਸਮਰੱਥਾ ਹੈ, ਆਪ ਜੀ ਦੇ ਹੁਕਮ ਦੀ ਅਵਹੇਲਣਾ ਕੀਤੀ ਜਾ ਸਕੇ। ਫਿਰ ਅੰਦਰ ਕਿਵੇਂ ਆਏ ਹੋ? ਬੂਹਾ ਖੋਲ ਕੇ ਆਏ ਹੋ? ਨਹੀਂ ਸੁਆਮੀ, ਪਿੱਛੋਂ ਸੰਨ ਲਾ ਕੇ ਤੁਹਾਡੀ ਸ਼ਰਨ ਚ ਆਏ ਆ। ਸੰਗਤਾਂ ਅਨਾਥ ਯਤੀਮ ਹੋ ਰਹੀਆਂ, ਕਰੋ ਕਿਰਪਾ, ਸੰਗਤਾਂ ਨੂੰ ਦਰਸ਼ਨ ਦਿਓ। ਜਦੋਂ ਵੇਖਿਆ ਮਗਰ ਸੰਨ ਲੱਗੀ, ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਦੀ ਸਾਰੀਆਂ ਜੁਗਤੀਆਂ ਜਾਣਦੇ ਹੋ। ਗੱਲ ਨਾਲ ਲਾਇਆ, ਬਾਹਰ ਨਿਕਲ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਤੇ ਵਰਦਾਨ ਦਿੱਤਾ, ਜਿਹੜਾ ਇਸ ਸੰਨ ਦੇ ਵਿੱਚੋਂ ਨਿਕਲ ਜਿਆ ਕਰੇਗਾ ਨਾ, ਇਹ ਸੰਨ ਦੇ ਵਿੱਚੋਂ ਦੀ ਵੜ ਕੇ ਪ੍ਰਵੇਸ਼ ਹੋ ਕੇ ਨਿਕਲ ਜਾ ਕਰੇਗਾ, ਉਹਦੀ 84 ਕੱਟੀ ਜਾਇਆ ਕਰੇਗੀ। ਅੱਜ ਵੀ ਉਹ ਸਥਾਨ ਸੰਨ ਸਾਹਿਬ ਗੁਰਦੁਆਰਾ ਬਾਸਰਕੇ ਦੇ ਨਿਕਟ ਵਿਦਿਤ ਹੈ, ਪ੍ਰਗਟ ਹੈ, ਸੰਗਤਾਂ ਦਰਸ਼ਨ ਕਰਦੀਆਂ ਨਿਹਾਲ ਹੁੰਦੀਆਂ। ਸੋ ਕਹਿਣ ਤੋਂ ਭਾਵ ਕਿ ਬਾਬਾ ਬੁੱਢਾ ਸਾਹਿਬ ਜੀ ਜਾਂ ਉਹਨਾਂ ਦੀ ਵੰਸ਼ ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੱਲੋਂ ਇਹ ਵਰਦਾਨ ਪ੍ਰਾਪਤ ਸੀ ਕਿ ਅਸੀਂ ਤਥਾ ਸਾਡੀ ਜੋਤ ਤੁਹਾਡੀ ਦ੍ਰਿਸ਼ਟੀ ਤੋਂ ਓਝਲ ਨਹੀਂ ਹੋਵੇਗੀ। ਇਹੀ ਕਾਰਨ ਸੀ ਕਿ ਸੰਗਤਾਂ ਦਾ ਦ੍ਰਿੜ ਵਿਸ਼ਵਾਸ ਉਦੋਂ ਹੀ ਵੱਜਦਾ ਸੀ ਜਦੋਂ ਵੀ ਕਦੇ ਗੁਰਤਾ ਵਿੱਚ ਰੌਲਾ ਪੈਂਦਾ, ਤੇ ਸੰਗਤਾਂ ਦੇ ਮਨ ਦੇ ਵਿੱਚ ਵਿਸ਼ਵਾਸ ਉਦੋਂ ਬਣਦਾ ਜਦੋਂ ਧੰਨ ਬਾਬਾ ਬੁੱਢਾ ਸਾਹਿਬ ਜੀ ਜਾਂ ਉਹਨਾਂ ਦੇ ਵੰਸ਼ਜ ਗੁਰਤਾ ਦਾ ਤਿਲਕ ਦਿੰਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਾਲ ਵੀ ਗੁਰਤਾ ਦਾ ਰੌਲਾ ਪੈ ਗਿਆ। 22 ਮੰਝੀਆਂ ਡੱਠ ਗਈਆਂ ਬਕਾਲਾ ਨਗਰੀ ਦੇ ਵਿੱਚ। ਉਸ ਵੇਲੇ ਵੀ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ ਬਾਬਾ ਗੁਰਦਿੱਤਾ ਜੀ ਉਹਨਾਂ ਨੇ ਆ ਕੇ ਤੇ ਗੁਰਤਾ ਦਾ ਤਿਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਮਸਤਿਸ਼ਟ ਤੇ ਲਾਇਆ, ਤਾਂ ਸੰਗਤ ਦੇ ਵਿੱਚ ਵਿਦਿਤ ਹੋਇਆ। ਉਧਰੋਂ ਫਿਰ ਮੱਖਣ ਸ਼ਾਹ ਲਵਾਣਾ ਜੋ ਗੁਰਾਂ ਦੀ ਸ਼ਰਨ ਵਿੱਚ ਪਹੁੰਚਿਆ, ਉਹਨੇ ਫਿਰ ਸਾਰੀ ਸੰਗਤ ਵਿੱਚ ਵਿਦਿਤ ਕਰਵਾਇਆ ਕਿ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਸਰੋ ਵਿਚਾਰ ਭਾਈ ਰਾਮ ਕੌਰ ਜੀ, ਇਹ ਵੀ ਬਾਸਰ ਕੇ, ਇਹ ਵੀ ਰਮਦਾਸ ਕੇ ਨਗਰ ਤੋਂ ਸ੍ਰੀ ਅਨੰਦਪੁਰ ਸਾਹਿਬ ਨਗਰੀ ਨੂੰ ਚੱਲ ਪਏ ਐ। ਗੁਰੂ ਭਇਓ ਗਾਦੀ ਪਰ ਸੋਏ। ਜਦੋਂ ਬਾਬਾ ਬੁੱਢਾ ਜੀ ਦੇ ਵੰਸ਼ਜ ਤਿਲਕ ਲਾਉਂਦੇ ਤਾਂ ਨਿਸ਼ਚਾ ਹੋ ਜਾਂਦਾ ਕਿ ਇਹੀ ਗੁਰਤਾ ਗੱਦੀ ਤੇ ਸੁਸ਼ੋਭਿਤ ਹਨ ਗੁਰੂ। ਪੰਚਮ ਪਾਤਸ਼ਾਹ ਤੇ ਪਾਛੇ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਂ ਮਗਰੋਂ ਕਲਗੀ ਬਾਜ਼ ਸ਼ਸਤਰ ਦੇ ਆਛੇ। ਕਲਗੀ ਬਾਜ ਅਤੇ ਸ਼ਸਤਰ ਆਸ਼ੇ ਨਾਮ ਸੁਚੱਜੇ ਢੰਗ ਦੇ ਨਾਲ, ਸੋਹਣੇ ਢੰਗ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਵੱਲੋਂ ਜਾਂ ਉਹਨਾਂ ਦੀ ਵੰਸ਼ ਵੱਲੋਂ ਗੁਰੂ ਸਾਹਿਬਾਂ ਨੂੰ ਦਿੱਤੇ ਜਾਂਦੇ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਬਾਬਾ ਜੀ ਨੇ ਕਲਗੀ ਲਾਈ, ਬਾਜ ਦਿੱਤਾ, ਅਥਵਾ ਬਾਜ ਨਾਮ ਘੋੜਾ ਦਿੱਤਾ ਅਤੇ ਸ਼ਸਤਰ ਹਾਜ਼ਰ ਕੀਤੇ। ਮੀਰੀ ਪੀਰੀ ਦੀਆਂ ਤੇਗਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਹਿਨਵਾਈਆਂ। ਇਸੇ ਤਰ੍ਹਾਂ ਅਗਾਮ ਇਹੀ ਪ੍ਰਥਾ ਚੱਲਦੀ ਆਈ। ਨਾਲੇ ਗੁਰਤਾ ਦਾ ਤਿਲਕ
ਨਾਲੇ ਕਲਗੀ, ਨਾਲੇ ਬਾਜ ਤੇ ਨਾਲੇ ਸ਼ਸਤਰ ਗੁਰਾਂ ਨੂੰ ਹਾਜ਼ਰ ਕਰਨੇ। ਸਿਰੇ ਪਾਓ ਬਹੁ ਮੋਲਾ ਦੇਤ, ਫਿਰ ਬਹੁ ਮੋਲਾ ਸਿਰੋਂ ਪਾਓ ਜਿਹੜਾ ਉਹ ਵੀ ਦਿੰਦੇ। ਬਸਤਰ ਹੈ ਬਹੁ ਗੁਰੂ ਨਿਕੇਤ, ਬਸਤਰ ਵੀ ਹੈ ਘੋੜੇ ਵੀ ਗੁਰੂ ਘਰ ਦੇ ਵਿੱਚ। ਅਪਰ ਕਹਾਂ ਲਾਗ ਸਭ ਕੇ ਨਾਮ, ਅਪਰ ਹੋਰ ਕਿੱਥੋਂ ਤੱਕ ਸਾਰਿਆਂ ਦੇ ਨਾਮ ਜਿਹੜੇ ਸਭ ਵਸਤੂਆਂ ਸਭ ਭੇਟਾਵਾਂ ਸਭ ਸਮਗਰੀਆਂ ਦੇ ਨਾਮ ਕਿੱਥੋਂ ਤੱਕ ਦਸੀਏ। ਕਹਾਂ ਸੋ ਮੰਜੀ ਜਿਨ ਕੇ ਧਾਮ, ਫਿਰ ਹੋਰ ਸੁਣ, ਜਿਨ੍ਹਾਂ ਦੇ ਕੋਲ ਉਪਦੇਸ਼ਟਾ ਦੀਆਂ ਮੰਜੀਆਂ ਸਨ, ਵੱਡੇ ਗੁਰੂ ਸਾਹਿਬਾਂ ਵੱਲੋਂ ਪ੍ਰਾਪਤ ਗੁਰੂ ਅਮਰਦਾਸ ਸਾਹਿਬ ਜੀ ਨੇ 22 ਮੰਜੀਆਂ ਉਪਦੇਸ਼ਟਾ ਦੀਆਂ ਸਿੱਖਾਂ ਨੂੰ ਦਿੱਤੀਆਂ ਹੋਈਆਂ ਸਨ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਜੀ ਵੱਲੋਂ ਵੀ ਗੁਰਤਾ ਉਪਦੇਸ਼ਟਾ ਦੀਆਂ ਮੰਜੀਆਂ ਜਿਹੜੀਆਂ ਸਿੱਖਾਂ ਨੂੰ ਦਿੱਤੀਆਂ ਹੋਈਆਂ ਸਨ, ਜਿਨ੍ਹਾਂ ਵਿੱਚ ਸੱਚਣ ਸੱਚ ਸਾਵਣ ਮਲ ਮਾਣਕ ਚੰਦ ਝੰਡਾ ਵਾਢੀ ਧਰਕਾ ਦਾਸ ਆਦਿ ਕਰਕੇ ਇਹ ਉਪਦੇਸ਼ਟਾ ਦੀਆਂ ਮੰਜੀਆਂ ਇਹਨਾਂ ਕੋਲ ਸਨ। ਤੇ ਉਹ ਉਪਦੇਸ਼ਟਾ ਦੀਆਂ ਮੰਜੀਆਂ ਵਾਲੇ ਜਿਹੜੇ ਗੁਰੂ ਘਰ ਦੇ ਸੇਵਕ ਸਨ, ਉਹ ਵੀ ਗੁਰੂ ਘਰ ਵਿੱਚ ਆਏ ਸ੍ਰੀ ਅਨੰਦਪੁਰ ਸਾਹਿਬ ਨਗਰੀ। ਨਿਕਟ ਨਿਕਟ ਕੇ ਸਭ ਚਲ ਆਏ, ਨੇੜੇ ਨੇੜੇ ਦੇ ਸ੍ਰੀ ਅਨੰਦਪੁਰ ਸਾਹਿਬ ਨਗਰੀ ਦੇ ਕੋਲ ਕੋਲ ਜਿੰਨੇ ਛੋਟੇ ਵੱਡੇ ਨਗਰਾਂ ਵਿੱਚ ਗੁਰੂ ਦੀਆਂ ਸਿੱਖ ਸੰਗਤਾਂ ਵਾਸ ਕਰਦੀਆਂ, ਉਹ ਵੀ ਚੱਲ ਕੇ ਅਨੰਦਪੁਰ ਸਾਹਿਬ ਨਗਰੀ ਆਈਆਂ। ਮਿਲ ਹੈ ਪਰਸਪਰ ਭਾਉ ਵਧਾਏ, ਆਪਸ ਵਿੱਚ ਮਿਲ ਕੇ ਸਿੱਖ ਸੰਗਤਾਂ ਦਾ ਬੜਾ ਭਾਉ ਵੱਧਦਾ, ਬੜਾ ਪ੍ਰੇਮ ਵੱਧਦਾ। ਤੇ ਇਹ ਜਿਹੜਾ ਆਪਸ ਵਿੱਚ ਸੰਗਤਾਂ ਦਾ ਮਿਲ ਕੇ ਪ੍ਰੇਮ ਵਧਣ ਦਾ ਇਹ ਪ੍ਰਯੋਜਨ ਗੁਰੂ ਪਿਆਰੀ ਸਾਧ ਸੰਗਤ ਭਾਈ ਪਾਰੋ ਜੁਲਕਾ ਜੀ ਪਰਮਹੰਸ ਹੋਏ ਆ ਗੁਰੂ ਅੰਗਦ ਦੇਵ ਜੀ ਦੇ ਸਿੱਖ ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ, ਜਿਨ੍ਹਾਂ ਨੇ ਅਣਥੱਕ ਸੇਵਾਵਾਂ ਤੇ ਸਿਮਰਨ ਦੀ ਕਮਾਈ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਣਾ ਕੀਤਾ। ਭਾਈ ਪਾਰੋ ਜੁਲਕਾ ਜੀ, ਭਾਈ ਪਾਰੋ ਜੁਲਕਾ ਜੀ ਨੇ ਗੁਰੂ ਘਰ ਦੇ ਵਿੱਚ ਇਹ ਪ੍ਰਥਮ ਸਰਬ ਪ੍ਰਥਮ ਗੁਰੂ ਸਾਹਿਬਾਂ ਦੇ ਅੱਗੋਂ ਬਿਨੈ ਕੀਤੀ ਸੀ। ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੋਂ, ਪਾਤਸ਼ਾਹ ਆਪ ਜੀ ਦੀਆਂ ਸਿੱਖ ਸੰਗਤਾਂ ਬਹੁਤ ਹੈ ਤੇ ਦੁਨੀਆ ਦੇ ਹਰ ਕੋਨੇ ਦੇ ਵਿੱਚ ਆਪ ਜੀ ਦੀਆਂ ਸਿੱਖ ਸੰਗਤਾਂ ਵਾਸ ਕਰਦੀਆਂ। ਸੰਗਤਾਂ ਆਪ ਜੀ ਨੂੰ ਜਾਣਦੀਆਂ, ਪਰ ਸੰਗਤਾਂ ਆਪਸ ਵਿੱਚ ਆਪਣੇ ਆਪ ਨੂੰ ਨਹੀਂ ਜਾਣਦੀਆਂ। ਵੱਖ-ਵੱਖ ਇਲਾਕਿਆਂ ਦੀਆਂ ਸੰਗਤਾਂ ਦੀ ਆਪਸੀ ਕੋਈ ਜਾਣ ਪਛਾਣ ਨਹੀਂ ਹੈ। ਆਪਸ ਵਿੱਚ ਸਿੱਖ ਸੰਗਤਾਂ ਮਿਲਣ, ਸਤ ਸੰਗਤ ਕਰਨ, ਆਪਸ ਵਿੱਚ ਭਾਈਚਾਰਾ ਵਧੇ, ਇਸ ਵਾਸਤੇ ਕੋਈ ਇੱਕ ਦਿਨ ਨਿਯੁਕਤ ਕਰੋ ਜਿਸ ਦਿਨ ਸਾਰੀਆਂ ਸੰਗਤਾਂ ਗੁਰੂ ਘਰ ਦੇ ਵਿੱਚ ਪਹੁੰਚ ਕੇ ਨਾਲੇ ਆਪ ਜੀ ਦੇ ਦਰਸ਼ਨ ਕਰਨ ਤੇ ਨਾਲੇ ਆਪਸ ਵਿੱਚ ਗੁਰਮਰਜ਼ਾਦਾ ਦੇ ਬਚਨ ਬਲਾਸ ਕਰਨ, ਗੁਰ ਆਪਸ ਵਿੱਚ ਮਿਲ ਕੇ ਗੁਰਮਤਿ ਵਿਚਾਰਾਂ ਕਰਨ, ਆਪਸ ਵਿੱਚ ਭਾਈਚਾਰਾ ਵਧੇ। ਕਿਉਂਕਿ ਸੰਗਤਾਂ ਆਉਂਦੀਆਂ ਵੱਖ-ਵੱਖ ਦਿਨਾਂ ਵਿੱਚ, ਵੱਖ-ਵੱਖ ਇਲਾਕਿਆਂ ਦੀਆਂ ਸੰਗਤਾਂ ਆਉਂਦੀਆਂ, ਦਰਸ਼ਨ ਕਰਕੇ ਚਲੀਆਂ ਜਾਂਦੀਆਂ। ਸੰਗਤ ਦੀ ਆਪਸ ਵਿੱਚ ਕੋਈ ਚਿਨਾਰੀ ਨਹੀਂ ਹੈ। ਤਾਂ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਭਾਈ ਪਾਰੋ ਜੁਲਕਾ ਜੀ ਦਾ ਇਹ ਬਚਨ ਜਿਹੜਾ ਇਸ ਨੂੰ ਮੰਨਦਿਆਂ ਹੋਇਆਂ ਵਿਸਾਖੀ ਦਾ ਦਿਨ ਨਿਯੁਕਤ ਕੀਤਾ ਸੀ। ਤੇ ਉਸ ਦਿਨ ਸਾਰੀਆਂ ਸੰਗਤਾਂ ਇਕੱਠੀਆਂ ਗੁਰੂ ਘਰ ਵਿੱਚ ਆਉਣ। ਸ੍ਰੀ ਗੋਇੰਦਵਾਲ ਸਾਹਿਬ ਨਗਰੀ ਸਰਬ ਪ੍ਰਥਮ ਗੁਰੂ ਘਰ ਦੇ ਵਿੱਚ ਜੇ ਪਹਿਲਾ ਜੋੜ ਮੇਲਾ ਕੋਈ ਮਨਾਇਆ ਗਿਆ ਤੇ ਉਹ ਵਿਸਾਖੀ ਦਾ ਮੇਲਾ ਮਨਾਇਆ ਗਿਆ। ਉਤੋਂ ਫਿਰ ਗਾਂ ਗੁਰੂ ਘਰ ਦੇ ਵਿੱਚ ਗੁਰਪੁਰਬ, ਦੀਪਾਵਲੀ ਆਦਿ, ਇਸੇ ਤਰ੍ਹਾਂ ਫਿਰ ਮਾਘੀ ਆਦਿ ਦੇ ਜਾਂ ਐਸੇ ਹੋਲੇ ਮਹੱਲੇ ਦਿਹਾੜੇ ਮਨਾਏ ਜਾਣ ਲੱਗੇ। ਸੋ ਇਹ ਮੇਲਿਆਂ ਦੀ ਪ੍ਰਥਾ ਗੁਰੂ ਅਮਰਦਾਸ ਸਾਹਿਬ ਜੀ ਦੇ ਕਾਲ ਭਾਈ ਪਾਰੋ ਜੁਲਕਾ ਜੀ ਦੇ ਬੇਨਤੀ ਕਰਨ ਤੋਂ ਪ੍ਰਾਰੰਭ ਹੋਈ।
ਸੋ ਹੁਣ ਵੀ ਜਦੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਗੁਰਤਾ ਤਿਲਕ ਹੋਣਾ, ਦਸਤਾਰਬੰਦੀ ਹੋਣੀ ਹੈ, ਬੇਅੰਤ ਸੰਗਤਾਂ ਆਨੰਦਪੁਰ ਸਾਹਿਬ ਨਗਰੀ ਪਧਾਰੀਆਂ, ਵੱਖ-ਵੱਖ ਇਲਾਕਿਆਂ ਦੀਆਂ ਸੰਗਤਾਂ ਆਪਸ ਵਿੱਚ ਮਿਲਦੀਆਂ, ਗੁਰ ਮਰਜ਼ਾਦਾ ਦੇ ਬਚਨ ਵਿਲਾਸ ਕਰਦੀਆਂ, ਸਤ ਸੰਗਤ ਕਰਦੀਆਂ ਤੇ ਆਪਸ ਵਿੱਚ ਮਿਲ ਕੇ ਭਾਈਚਾਰਾ ਵੱਧਦਾ। ਦੇਗ ਅਟੋਟ ਗੁਰੂ ਘਰ ਹੋਏ। ਫਿਰ ਗੁਰੂ ਘਰ ਦੇ ਵਿੱਚ ਅਟੁੱਟ ਦੇਗ ਵਰਤਦੀ ਹੈ। ਦੇਗ ਨਾਮ ਲੰਗਰ, ਅਟੁੱਟ ਲੰਗਰ ਵਰਤ ਰਿਹਾ ਹੈ। ਅਚਵਹਿ ਤਹਾਂ ਮਿਲੇ ਸਭ ਕੋਏ। ਇਹ ਸਾਰੀਆਂ ਸਿੱਖ ਸੰਗਤਾਂ ਮਿਲ ਕੇ ਭੋਜਨ ਛਕਦੀਆਂ ਬਿਨਾਂ ਕਿਸੇ ਭੇਦ ਭਾਵ ਤੋਂ। ਭਿੰਨ ਭਿੰਨ ਇਲਾਕਿਆਂ ਦੀਆਂ ਸੰਗਤਾਂ ਨੇ ਵੱਖ-ਵੱਖ ਸਥਾਨਾਂ ਤੇ ਲੰਗਰ ਲਾਏ ਹੈ। ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਹੋਏ ਲੰਗਰ, ਤੇ ਲੰਗਰਾਂ ਵਿੱਚ ਕੋਈ ਭੇਦ ਭਾਵ ਨਹੀਂ ਹੈ। ਕੋਈ ਰਾਜਾ ਆਵੇ, ਕੋਈ ਰੰਕ ਆਵੇ, ਕੋਈ ਬ੍ਰਾਹਮਣ ਆਵੇ, ਕੋਈ ਸ਼ੂਦਰ ਆਵੇ, ਸਾਰਿਆਂ ਨੂੰ ਇੱਕ ਪੰਗਤ ਵਿੱਚ ਬਿਠਾ ਕੇ ਛਕਾਇਆ ਜਾਂਦਾ ਹੈ। ਬਿਨਾਂ ਕਿਸੇ ਭੇਦ ਭਾਵ ਤੋਂ ਦੇਗ ਲੰਗਰ ਵਰਤਦਾ ਹੈ। ਰਾਗੀ ਬ੍ਰਿੰਦ ਰਬਾਬੀ ਸਾਰੇ। ਫਿਰ ਬਹੁਤ ਰਾਗੀ, ਬੇਅੰਤ ਰਬਾਬੀ, ਰਬਾਬ ਵਜਾਉਣ ਵਾਲੇ ਆਏ ਆਨੰਦਪੁਰ ਦਰਸ ਨਿਹਾਰੇ। ਸ੍ਰੀ ਆਨੰਦਪੁਰ ਸਾਹਿਬ ਨਗਰੀ ਆ ਰਹੇ ਹੈ। ਗੁਰੂ ਸਾਹਿਬਾਂ ਦੇ ਦਰਸ਼ਨ ਕਰਦੇ ਆ ਤਥਾ ਸਿੱਖ ਸੰਗਤਾਂ ਦੇ ਦਰਸ਼ਨ ਕਰਦੇ ਆ। ਕੇਤਿਕ ਢਾਡੀ ਚੱਲ ਕਰ ਆਏ। ਫਿਰ ਕਈ ਢਾਡੀ ਜਿਹੜੇ ਆ ਉਹ ਵੀ ਇਸ ਜੋੜ ਮੇਲੇ ਤੇ ਆਏ ਆ, ਪਧਾਰੇ ਆ। ਜੋ ਗੁਰਾਂ ਨੇ ਇਹ ਦਸਤਾਰਬੰਦੀ ਦਾ ਦਿਨ ਨਿਯੁਕਤ ਕੀਤਾ ਨਾ ਸ੍ਰੀ ਅਨੰਦਪੁਰ ਸਾਹਿਬ ਨਗਰੀ, ਇਸ ਜੋੜ ਮੇਲੇ ਤੇ ਬੇਅੰਤ ਢਾਡੀ ਜਿਹੜੇ ਉਹ ਵੀ ਚੱਲ ਕੇ ਆਏ ਐ। ਜਿਨਹ ਅਖਾਰੇ ਬੀਰਨ ਗਾਏ। ਜਿਨ੍ਹਾਂ ਨੇ ਆ ਕੇ ਸੂਰਬੀਰ ਬਹਾਦਰਾਂ ਦੇ ਅਖਾੜੇ ਜਿਹੜੇ ਉਹ ਗਾਉਣਾ ਕੀਤੇ। ਢਾਡੀਆਂ ਨੇ ਵਾਰਾਂ ਲਾਉਣਾ ਕੀਤੀਆਂ ਆ ਕੇ। ਜਿਹੜੇ ਦੀਵਾਨ ਸਜੇ ਹੋਏ ਐ, ਸਜੇ ਹੋਏ ਦੀਵਾਨਾਂ ਦੇ ਵਿੱਚ ਢਾਡੀ ਜਿਹੜੇ ਐ ਉਹ ਸੂਰਬੀਰਾਂ ਦੀਆਂ ਵਾਰਾਂ ਗਾਉਂਦੇ ਐ। ਕਿਸ ਤਰ੍ਹਾਂ ਸੂਰਬੀਰ ਬਹਾਦਰਾਂ ਨੇ ਰਣ ਭੂਮੀ ਅੰਦਰ ਸ਼ਤਰੂਆਂ ਦੇ ਨਾਲ ਧਰਮ ਯੁੱਧ ਮੋਰਚੇ ਦੇ ਵਿੱਚ ਆਪਣੇ ਪ੍ਰਾਣਾਂ ਦੀ ਪ੍ਰਵਾਹ ਕੀਤੇ ਬਿਨਾਂ ਸ਼ਤਰੂ ਦਾ ਵਿਨਾਸ਼ ਕਰਨ ਹੇਤੂ ਜਾਨਾਂ ਹਥੇਲੀ ਤੇ ਲੈ ਕੇ ਰਣ ਭੂਮੀ ਵਿੱਚ ਉਤਰਨਾ ਕੀਤਾ। ਐਸੇ ਐਸੇ ਸੂਰਮਿਆਂ ਦੀਆਂ ਵਾਰਾਂ ਗੁਰੂ ਸਾਹਿਬਾਂ ਦੇ ਵੇਲੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਾਲ ਜਿਵੇਂ ਜੰਗ ਯੁੱਧ ਹੋਏ, ਜੈਸੇ ਕਿ ਭਾਈ ਜੇਠਾ ਜੀ ਵਰਗੇ ਸੂਰਬੀਰ ਬਹਾਦਰ, ਇਸੇ ਪ੍ਰਕਾਰ ਸਤਿਗੁਰਾਂ ਦੇ ਕਾਲ ਸਵੈਮ ਗੁਰੂ ਹਰਗੋਬਿੰਦ ਸਾਹਿਬ ਜੀ, ਪੈਂਦੇ ਖਾਂ ਵਰਗੇ, ਬਾਬਾ ਬਿਧੀ ਚੰਦ ਵਰਗੇ ਸੂਰਬੀਰ ਬਹਾਦਰ, ਐਸੇ ਸੂਰਮਿਆਂ ਦੀਆਂ ਵਾਰਾਂ ਢਾਡੀ ਗਾਉਂਦੇ ਆ। ਜਾਂ ਫਿਰ ਅਤੀਤ ਕਾਲ ਹੋ ਗੁਜਰੇ ਸਮੇਂ ਵਿੱਚ ਬਹਾਦਰ ਜਿਹੜੇ ਹੋਏ ਆ, ਜੈਮਲ ਪੱਤੇ ਵਰਗੇ, ਉਹ ਤੋਂ ਵੀ ਪਹਿਲਾਂ ਜਿਹੜੇ ਹੋਰ ਸੂਰਬੀਰ ਬਹਾਦਰ ਜਿਨ੍ਹਾਂ ਦੀਆਂ ਕਥਾਵਾਂ ਨੂੰ ਧੰਨ ਕਲਗੀਧਰ ਪਾਤਸ਼ਾਹ ਜੀ ਨੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਕੀਤਾ। ਜੈਸੇ ਚੰਡੀ ਦੀ ਵਾਰ, ਚੰਡੀ ਨੇ ਜਿਸ ਤਰ੍ਹਾਂ ਸੁੰਭ ਨਸੁੰਭਾਦ ਦੈਂਤਾਂ ਦਾ ਸੰਘਾਰ ਕੀਤਾ, ਐਸੀਆਂ ਸੂਰਬੀਰ ਬਹਾਦਰਾਂ ਦੀਆਂ ਵਾਰਾਂ ਜਿਨ੍ਹਾਂ ਨੂੰ ਸੁਣ ਕੇ ਧਰਮ ਯੁੱਧ ਮੋਰਚੇ ਵਾਸਤੇ ਜਿਹੜਾ ਹੈ ਉਹ ਉਤਸ਼ਾਹ ਵੱਧਦਾ, ਖੂਨ ਖੌਲਦਾ, ਤੇ ਸੁਣ ਕੇ ਕਾਇਰ ਵੀ ਜਿਹੜੇ ਆ ਉਹ ਵੀ ਰਣ ਭੂਮੀ ਅੰਦਰ ਧਰਮ ਯੁੱਧ ਮੋਰਚੇ ਵਿੱਚ ਲੜਨ ਵਾਸਤੇ ਆਪਣੀਆਂ ਜਾਨਾਂ ਹਥੇਲੀ ਤੇ ਲੈ ਕੇ ਨਿੱਤਰ ਆਉਂਦੇ ਆ। ਐਸੀਆਂ ਵਾਰਾਂ ਸੂਰਬੀਰ ਬਹਾਦਰਾਂ ਦੀਆਂ ਢਾਡੀ ਆ ਕੇ ਲਾਉਂਦੇ ਆ। ਡੋਮ ਭਾਟ ਆਦਿਕ ਹਿਤ ਜਾਚਾ। ਫਿਰ ਡੂਮ ਮਰਾਸੀ ਵੀ ਆਉਂਦੇ ਆ। ਭਾਟ ਜਿਹੜੇ ਵੱਡਿਆਂ ਵਡੇਰਿਆਂ ਦਾ ਨਾਮ ਲੈ ਕੇ ਜਸ ਕਰਨ ਵਾਲੇ ਭੱਟ ਉਹ ਵੀ ਆਉਂਦੇ ਆ। ਡੂਮ ਭਾਟ ਆਦਿਕ ਹਿਤ ਜਾਚਾ। ਆਦਿਕ ਹੋਰ ਜਿਹੜੇ ਐ ਹੀਰਨ ਹੇਤ ਨਵਾਂ ਗੁਰ ਸਾਚਾ। ਇਹ ਸੱਚੇ ਗੁਰਾਂ ਨੂੰ ਵੇਖਣ ਵਾਸਤੇ ਧੰਨ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਆਉਂਦੇ ਐ। ਅਨੇਕ ਦੇਸ਼ ਤੇ ਚੱਲ ਕਰ ਆਏ। ਫਿਰ ਅਨੇਕਾਂ ਹੀ ਦੇਸ਼ਾਂ ਤੋਂ ਚੱਲ ਕੇ ਪਧਾਰੇ ਐ।
ਜੇਤ ਕੇਤ ਦੀਖਤ ਨਰ ਸਮੁਦਾਏ। ਜਿੱਥੇ ਕਿਤੇ ਸਮੂਹ ਮਨੁੱਖ ਜਿਹੜੇ ਦਿਸ ਰਹੇ ਆ, ਬੜੀ ਵੱਡੀ ਭੀੜਾ ਲੱਗੀ ਹੈ, ਬੜਾ ਵੱਡਾ ਮੇਲਾ ਆਨੰਦਪੁਰ ਸਾਹਿਬ ਨਗਰੀ ਅੰਦਰ ਭਰਿਆ ਹੋਇਆ ਹੈ। ਚੌਥ ਦਿਵਸ ਕੋ ਮੇਲ ਸਕੇਲਾ। ਤੇ ਚੌਥ ਵਾਲਾ ਦਿਨ ਆ ਗਿਆ, ਪੰਚਮੀ ਵਾਲੇ ਦਿਨ ਧੰਨ ਕਲਗੀਧਰ ਪਾਤਸ਼ਾਹ ਜੀ ਦੀ ਦਸਤਾਰ ਬੰਦੀ ਹੈ, ਫੱਗਣ ਸੁਦੀ ਪੰਚਮੀ ਵਾਲੇ ਦਿਨ। ਤੇ ਚੌਥ ਵਾਲਾ ਦਿਨ ਆ ਗਿਆ। ਚੌਥ ਵਾਲੇ ਦਿਨ ਵੱਡੀ ਗਿਣਤੀ ਵਿੱਚ ਮੇਲਾ ਜਿਹੜਾ ਉਹ ਇਕੱਤਰਤ ਹੋ ਗਿਆ ਹੈ। ਫਿਰਤ ਪਰਸਪਰ ਲਾਗ ਧਕੇਲਾ। ਇਹ ਸੰਗਤਾਂ ਵਿਚਰਦੀਆਂ, ਆਪਸ ਵਿੱਚ ਧੱਕਾ ਲੱਗਦਾ, ਇੰਨੀ ਭੀੜ ਹੋ ਗਈ ਆਨੰਦਪੁਰ ਸਾਹਿਬ ਨਗਰੀ ਅੰਦਰ। ਆਤ ਉਤਸਾਹ ਆਨੰਦਪੁਰ ਹੋਵਤ। ਸ੍ਰੀ ਆਨੰਦਪੁਰ ਸਾਹਿਬ ਨਗਰੀ ਅੰਦਰ ਬੜਾ ਉਤਸ਼ਾਹ ਹੋ ਰਿਹਾ, ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ। ਦੂਰ ਦੂਰ ਕੇ ਨਾਰੇ ਗਨ ਜੋਵਤ। ਦੂਰ ਦੁਰਾਡਿਆਂ ਤੋਂ ਚੱਲ ਕੇ ਆਈਆਂ ਸਿੱਖ ਸੰਗਤਾਂ ਗੁਰੂ ਘਰ ਵਿੱਚ ਇਹ ਜੋੜ ਮੇਲਾ ਲੱਗਾ ਹੋਇਆ ਜਿਹੜਾ ਉਹ ਵੇਖ ਰਹੇ ਆ। ਤੇ ਜਿਹੜੇ ਪਹਿਲੀ ਦਫਾ ਮੇਲੇ ਵਿੱਚ ਪਧਾਰੇ ਆ, ਉਹ ਵੇਖ ਕੇ ਗੁਰੂ ਘਰ ਵਿੱਚ ਲੱਗਦਾ ਹੈ ਜੋੜ ਮੇਲਾ, ਬੜੇ ਅਸਚਰਜ ਹੋ ਰਹੇ ਹਨ। ਏਡੀ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ, ਫਿਰ ਏਡੀ ਵੱਡੀ ਗਿਣਤੀ ਵਿੱਚ ਇਕੱਠ ਤੇ ਆਪਸੀ ਭਾਈਚਾਰਾ, ਕੋਈ ਝਗੜਾ ਨਹੀਂ, ਕੋਈ ਆਪਸ ਵਿੱਚ ਲੜਾਈ ਨਹੀਂ, ਬੜੇ ਪ੍ਰੇਮ ਨਾਲ, ਬੜੇ ਪਿਆਰ ਨਾਲ ਸਾਰੀਆਂ ਸੰਗਤਾਂ ਮੇਲਾ ਜਿਹੜਾ ਹੈ ਉਹ ਮਨਾ ਰਹੀਆਂ। ਕਿਧਰੇ ਲੰਗਰ ਵਰਤ ਰਹੇ ਤੇ ਕਿਧਰੇ ਤਿਆਰ ਹੋ ਰਹੇ ਹੈ, ਕਿਧਰੇ ਦੀਵਾਨ ਸਜੇ ਹੈ, ਕੋਈ ਸੁਣ ਰਹੀਆਂ ਸੰਗਤਾਂ ਤੇ ਕੋਈ ਢਾਡੀ ਰਾਗੀ ਉਹ ਸਰਵਣ ਕਰਵਾ ਰਹੇ ਹੈ। ਕਿੰਨੇ ਪਿਆਰ ਨਾਲ ਮੇਲਾ ਜਿਹੜਾ ਹੈ ਉਹ ਲੱਗਾ ਹੋਇਆ ਹੈ। ਜਿਹੜੇ ਪਹਿਲੀ ਦਫਾ ਮੇਲੇ ਵਿੱਚ ਪਧਾਰੇ ਆ ਨਾ, ਉਹ ਵੇਖ ਵੇਖ ਅਸਚਰਜ ਹੋ ਰਹੇ ਹੈ ਕਿ ਏਡੀ ਵੱਡੀ ਗਿਣਤੀ ਵਿੱਚ ਇਕੱਠ, ਪਰ ਫਿਰ ਵੀ ਆਪਸੀ ਐਸਾ ਭਾਈਚਾਰਾ। ਨਟ ਨਿਰਤਕ ਗਨ ਆਏ ਕਲਾਵਤ। ਫਿਰ ਨਟ ਵੀ ਆਏ, ਬਾਜੀਆਂ ਪਾਉਣ ਵਾਲੇ, ਕਿਉਂਕਿ ਕੌਤਕ ਵਿਖਾਉਣ ਵਾਲੇ ਜਿਹੜੇ ਆ ਉਹ ਵੀ ਬਹੁਤ ਪਧਾਰੇ ਹਨ। ਨਟ ਨਿਰਤਕ, ਨਿਰਤਕਾਰੀ ਕਰਨ ਵਾਲੇ ਵੀ ਆਏ ਹਨ, ਤੇ ਕਲਾਵਤ ਜਿਹੜੇ ਹਨਗੇ ਉਹ ਵੀ ਪਧਾਰੇ ਹਨ। ਕਲਾਵਤ ਵੀ ਜਿਹੜੇ ਆ ਇਹ ਵੀ ਇੱਕ ਗਾਉਣ ਵਾਲਿਆਂ ਦੀ ਪ੍ਰਜਾਤੀ ਹੈ, ਇਹ ਵੀ ਮੇਲੇ ਵਿੱਚ ਆਏ ਹੈ। ਫਿਰ ਹੈ ਗੁਰੂ ਕੇ ਜਸ ਗੁਣ ਗਾਵਤ। ਉਹ ਵੀ ਆ ਕੇ ਗੁਰੂ ਦਾ ਜਸ ਗਾਉਂਦੇ, ਸਤਿਗੁਰਾਂ ਦੇ ਗੁਣ ਗਾਉਂਦੇ। ਇਤਿਆਦਕ ਬਹੁ ਕੌਤਕ ਹੇਤ। ਇਤਿਆਦਕ ਬਹੁਤ ਕੌਤਕ ਹੋ ਰਹੇ, ਥਾਂ ਥਾਂ ਤੇ ਕੌਤਕ ਹੋ ਰਹੇ। ਕਿਧਰੇ ਨਟ ਜਿਹੜੇ ਬਾਜੀਆਂ ਪਾ ਰਹੇ ਸੰਗਤਾਂ ਉੱਥੇ ਇਕੱਠੀਆਂ ਹੋ ਕੇ ਕੋਈ ਵੇਖ ਰਹੀਆਂ ਹਨਗੀਆਂ, ਤੇ ਕਿਧਰੇ ਜਿਹੜੇ ਭੱਟ ਆ ਉਹ ਜਸ ਗਾ ਰਹੇ, ਗੁਰੂ ਸਾਹਿਬਾਂ ਦੀ ਕੀਰਤੀ ਗਾ ਰਹੇ ਆ ਕਾਵਿ ਰੂਪ ਦੇ ਵਿੱਚ। ਕੋਈ ਸਰੋਤੇ ਬਣ ਕੇ ਉੱਥੇ ਸੁਣ ਰਹੇ ਹਨ। ਥਾਂ ਥਾਂ ਮੇਲਾ ਭਰਿਆ ਹੋਇਆ ਹੈ। ਸਭ ਕੇ ਹਿਰਦੇ ਮੋਹ ਦੇ ਉਦੋਤ। ਸਾਰਿਆਂ ਦੇ ਹਿਰਦੇ ਵਿੱਚ ਬੜੀ ਮੋਦ, ਬੜੀ ਖੁਸ਼ੀ ਉਦੋਤ ਹੋ ਰਹੀ ਹੈ, ਬੜੀ ਖੁਸ਼ੀ ਹੋ ਰਹੀ ਹੈ। ਜਾਗਰਨ ਭਇਓ ਨਿਸਾ ਤਿਸ ਮਾਹੀ। ਉਹ ਚੌਥ ਵਾਲੀ ਸਾਰੀ ਰਾਤ ਜਗਰਾਤਾ ਹੀ ਹੋਇਆ ਮਨ, ਰਹਿਣ ਸਬਾਈ ਕੀਰਤਨ ਹੀ ਹੁੰਦਾ ਰਿਹਾ। ਕਿਧਰੇ ਗੁਰਮਤਿ ਵਿਚਾਰਾਂ, ਕਿਧਰੇ ਤੰਬੂਆਂ 'ਚ ਹੀ ਬੈਠੇ ਗੁਰਸਿੱਖ ਤਾਲਾਂ ਖੜਤਾਲਾਂ ਲੈ ਕੇ ਗੁਰੂ ਜਸ ਗਾ ਰਹੇ। ਕਿਧਰੇ ਦੀਵਾਨਾਂ ਵਿੱਚ ਜਿਹੜੇ ਵੱਡੇ ਦੀਵਾਨ ਲੱਗੇ ਆ, ਉਹਨਾਂ ਦੀਵਾਨਾਂ 'ਚ ਰਾਗੀ ਢਾਡੀ ਗਾ ਰਹੇ। ਸਾਰੀ ਰਾਤ ਗੁਰੂ ਮਹਿਮਾ ਕਰਦਿਆਂ ਸੰਗਤ ਦੀ ਜਾਗਦਿਆਂ ਗੁਜ਼ਰੀ। ਕੀਰਤਨ ਹੋਤ ਆਨੰਦ ਔਰ ਮਾਹੀ। ਸ਼ਬਦ ਕੀਰਤਨ ਹੋ ਰਿਹਾ ਹੈ, ਜਿਸ ਨੂੰ ਸੁਣ ਕੇ ਸੰਗਤਾਂ ਦੇ ਮਨ ਬੜੇ ਆਨੰਦਿਤ ਹੋ ਰਹੇ ਹੈ। ਨਿਜ ਨਿਜ ਸੰਗਤ ਬਿਖੈ ਮਸੰਦ। ਤੇ ਆਪੋ ਆਪਣੀ ਸੰਗਤ ਦੇ ਵਿੱਚ ਮਸੰਦ ਜਿਹੜੇ ਹੈ, ਕਿਉਂਕਿ ਭਿੰਨ ਭਿੰਨ ਇਲਾਕਿਆਂ ਦੀਆਂ ਸੰਗਤਾਂ ਨੂੰ ਇਲਾਕਿਆਂ ਦੇ ਜਿਹੜੇ ਮੁਖੀ ਗੁਰਸਿੱਖ ਮਸੰਦ ਹੈ ਉਹ ਲੈ ਕੇ ਆਏ ਹੋਏ ਹਨ। ਇਸ ਵਾਸਤੇ ਵੱਖ-ਵੱਖ ਇਲਾਕਿਆਂ ਦੀਆਂ ਸੰਗਤਾਂ ਦੇ ਮਸੰਦ ਆਪੋ ਆਪਣੀ ਸੰਗਤ ਦੇ ਵਿੱਚ ਬੈਠੇ ਹੈ।
ਬੈਠੇ ਜਾਗਰਨ ਕੀਨ ਬਿਲੰਦ। ਤੇ ਸਾਰੀ ਰਾਤ ਜਾਗਦਿਆਂ ਗੁਰੂ ਜਸ ਕਰਦਿਆਂ ਬਤੀਤ ਕੀਤੀ ਐ ਰੈਣ। ਭਾਈ ਭੋਰ ਸਭ ਠਾਨ ਇਸ਼ਨਾਨਾ। ਸਵੇਰ ਹੋਈ ਤੇ ਇਸ਼ਨਾਨ ਪਾਣ ਕੀਤੇ ਸਾਰਿਆਂ ਨੇ। ਪਠਾ ਗਿਰਾ ਗੁਰ ਕੀ ਬਿਦ ਨਾਨਾ। ਅਨੇਕ ਤਰੀਕਿਆਂ ਦੇ ਨਾਲ ਗੁਰੂ ਦੀ ਗੁਰਬਾਣੀ ਪੜ੍ਹਦੇ ਆ ਗੁਰਸਿੱਖ। ਕੋਈ ਸ੍ਰੀ ਜਪਜੀ ਸਾਹਿਬ ਜੀ ਦੀ ਗੁਰਬਾਣੀ ਦਾ ਜਾਪ, ਕੋਈ ਸ਼ਬਦ ਹਜ਼ਾਰਿਆਂ ਦਾ ਜਾਪ, ਕੋਈ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦਾ ਜਾਪ, ਕੋਈ ਆਸਾ ਜੀ ਦੀ ਵਾਰ ਦਾ ਜਾਪ, ਕੋਈ ਰਾਮਕਲੀ ਕੀ ਵਾਰ ਦਾ ਜਾਪ। ਇਉਂ ਗੁਰੂ ਦੀ ਗੁਰਬਾਣੀ ਦਾ ਜਾਪ ਗੁਰਸਿੱਖ ਕਰ ਰਹੇ ਹੈ। ਵਸਤਰ ਨਵੀਨੇ ਮੋਲ ਵਡੇਰੇ। ਫਿਰ ਨਵੇਂ ਬਸਤਰ ਬਹੁਤ ਮੁੱਲ ਵਾਲੇ। ਪਹਿਰਤ ਕਹਿਤ ਆਜ ਗੁਰ ਹੇਰੇ। ਤੇ ਕਹਿੰਦੇ ਆ ਕਿ ਸਤਿਗੁਰਾਂ ਨੂੰ ਹੇਰੇ ਨਾਮ ਵੇਖਾਂਗੇ। ਸਤਿਗੁਰੂ ਜੀ ਅੱਜ ਬਹੁਤ ਸੌਂਦਰਯ ਸਰੂਪ ਸੰਯੁਗਤ ਦੀਵਾਨ ਵਿੱਚ ਪਧਾਰਨਗੇ। ਅੱਜ ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਸ੍ਰੀ ਬੇਦੀ ਤੇਹਣ ਕੁਲ ਆਈ। ਬੇਦੀ ਕੁਲ ਦੇ ਸਾਹਿਬਜ਼ਾਦੇ ਵੀ ਪਧਾਰੇ ਆ। ਇਸੇ ਤਰ੍ਹਾਂ ਤੇਹਣ ਕੁਲ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਵੰਸ਼ਜ ਸਾਹਿਬਜ਼ਾਦੇ ਉਹ ਵੀ ਆਏ ਹੈ। ਸ੍ਰੀ ਗੁਰ ਅਮਰ ਅੰਸ਼ ਸਮੁਦਾਈ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਅੰਸ਼ ਭੱਲਿਆਂ ਦੇ ਸਾਹਿਬਜ਼ਾਦੇ ਉਹ ਵੀ ਪਧਾਰੇ ਹੈ। ਨਿਜ ਨਿਜ ਡੇਰੇ ਸਭ ਹੋਇ ਤਿਆਰ। ਸਾਰਿਆਂ ਨੇ ਆਪੋ ਆਪਣੇ ਡੇਰੇ ਤੰਬੂ ਲਾਏ ਐ ਤੇ ਆਪੋ ਆਪਣੇ ਤੰਬੂਆਂ ਦੇ ਵਿੱਚ ਇਸ਼ਨਾਨ ਪਾਣ ਕਰ, ਬਸਤ ਧਾਰਨ ਕਰ, ਤਿਆਰ ਬਰ ਤਿਆਰ ਹੋ ਕੇ ਗੁਰਬਾਣੀਆਂ ਦੇ ਜਾਪ ਪਏ ਕਰ ਰਿਹਾ। ਬੈਠੇ ਮਨ ਪ੍ਰਤੀਖਨਾ ਧਾਰ। ਤੇ ਮਨ ਦੇ ਵਿੱਚ ਪ੍ਰਤੀਖਨਾ ਹੈ, ਮਨ ਦੇ ਵਿੱਚ ਉਡੀਕ ਹੈ ਸੰਗਤਾਂ ਦੇ। ਸੰਤ ਮਹੰਤ ਸਾਧ ਬਹੁ ਭਾਂਤੀ। ਬਹੁਤ ਸਾਧੂ, ਬਹੁਤ ਸੰਤ, ਬਹੁਤ ਮਹੰਤ। ਚਿਤ ਮਹਿ ਚੌਂਪ ਅਬਰ ਸਭ ਜਾਤੀ। ਅਪਰ ਹੋਰ ਵੀ ਜਿਹੜੇ ਜਾਤੀਆਂ ਵਾਲੇ ਸਾਰਿਆਂ ਦੇ ਚਿੱਤ ਵਿੱਚ ਬੜੀ ਚੌਂਪ ਹੈ, ਬੜੀ ਇੱਛਾ ਹੈ ਸਤਿਗੁਰਾਂ ਦੇ ਦਰਸ਼ਨ ਕਰਨ ਦੀ। ਸੂਰਜ ਮਲ ਕੇ ਪੌਤਰੇ ਦੋਈ। ਬਾਬਾ ਸੂਰਜ ਮਲ ਜੀ ਦੇ ਪੁੱਤਰੇ ਬਾਬਾ ਗੁਲਾਬ ਰਾਏ, ਬਾਬਾ ਸਿਆਮ ਦਾਸ। ਦੇਖਨ ਹੇਤ ਹਰਖ ਧਰ ਸੋਈ। ਉਹਨਾਂ ਦੇ ਮਨ ਵਿੱਚ ਵੀ ਬੜੀ ਖੁਸ਼ੀ ਆ। ਉਹ ਵੀ ਸਤਿਗੁਰਾਂ ਦਾ ਹੋ ਰਿਹਾ ਗੁਰਤਾ ਤਿਲਕ ਵੇਖਣ ਵਾਸਤੇ। ਸ੍ਰੀ ਗੋਬਿੰਦ ਸਿੰਘ ਕੋ ਅਬਖੇਖ। ਸਤਿਗੁਰਾਂ ਦਾ ਅੱਜ ਅਬਖੇਖ ਹੋਣਾ। ਸਤਿਗੁਰਾਂ ਦਾ ਅੱਜ ਗੁਰਤਾ ਦਾ ਤਿਲਕ ਹੋਣਾ। ਇਹ ਵੇਖਣ ਵਾਸਤੇ ਸੋਢੀਆਂ ਵਿੱਚੋਂ ਸਾਹਿਬਜ਼ਾਦੇ ਬਾਬਾ ਸੂਰਜਮਲ ਜੀ ਦੇ ਪੋਤਰੇ ਗੁਲਾਬ ਰਾਏ, ਸਿਆਮ ਦਾਸ ਇਹ ਵੀ ਆਏ ਹੈ। ਉਤਲਾਵਤ ਹਿਤ ਪਿਖਨ ਅਨੇਕ। ਬੜੀ ਉਤਾਵਲਤਾ ਹੈ ਮਨ ਵਿੱਚ ਸਤਿਗੁਰਾਂ ਦਾ ਹੁੰਦਾ ਗੁਰਤਾ ਤਿਲਕ ਵੇਖਣ ਦੀ। ਲੈ ਦਸਤਾਰ ਆਦ ਗਨ ਭੇਟ। ਦਸਤਾਰ ਆਦ ਹੋਰ ਵੀ ਭੇਟਾਵਾਂ ਲੈ ਕੇ। ਮਿਲਿਓ ਚਹਤ ਚਿਤ ਪ੍ਰੇਮ ਲਪੇਟ। ਜਿਨ੍ਹਾਂ ਦਾ ਚਿੱਤ ਪ੍ਰੇਮ ਵਿੱਚ ਲਿਪਟਿਆ ਹੋਇਆ, ਭਿੱਜਾ ਹੋਇਆ, ਉਹ ਵੀ ਵੇਖਣ ਵਾਸਤੇ ਆਏ। ਸ੍ਰੀ ਗੁਜਰੀ ਭਰਾਤਾ ਨਿਜ ਪ੍ਰੇਰਾ। ਤੇ ਐਸਾ ਬਹੁਤ ਵੱਡਾ ਇਕੱਠ ਸੰਗਤਾਂ ਦਾ ਆਨੰਦਪੁਰ ਸਾਹਿਬ ਨਗਰੀ ਹੋਇਆ। ਪੰਚਮੀ ਵਾਲਾ ਦਿਨ ਉਹਦੇ ਹੋਇਆ। ਮਾਤਾ ਗੁਜਰੀ ਜੀ ਨੇ ਆਪਣੇ ਭਰਾਤਾ ਨੂੰ ਭਾਈ ਕਿਰਪਾਲ ਚੰਦ ਜੀ ਨੂੰ ਪ੍ਰੇਰਿਆ ਤੇ ਕਿਹਾ, ਤਿਆਰੀ ਕਰਹੁ ਸਗਲ ਬਿਨ ਬੇਰਾ। ਕਿ ਭਰਾਤਾ ਜੀ ਬਿਨਾਂ ਦੇਰੀ ਤੋਂ ਸਾਰੀ ਤਿਆਰੀ ਜਿਹੜੀ ਉਹ ਕਰਵਾਓ। ਸੂਖਮ ਬਸਤਰ ਸਰੀਰ ਸਜਾਵਹੁ। ਸਾਹਿਬਜ਼ਾਦਾ ਜੀ ਦੇ ਤਨ ਤੇ ਪਤਲੇ ਤੇ ਸੋਹਣੇ ਬਸਤਰ ਪਹਿਨਵਾਓ। ਰੁਚਰ ਬਿਭੂਖਨ ਕੋ ਪਹਿਰਾਵਹੁ। ਸੋਹਣੇ ਗਹਿਣੇ ਵੀ ਪਹਿਨਵਾਓ। ਸੋਨ ਕਿਰਪਾਲ ਨਿਜ ਹਾਥ ਸੁਧਾਰ। ਸੁਣ ਕੇ ਭੈਣ ਦੇ ਹੁਕਮ ਨੂੰ
ਤੇ ਭਰਾਤਾ ਕਿਰਪਾਲ ਚੰਦ ਜੀ ਨੇ ਆਪਣੇ ਭਾਣਜੇ ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੂੰ ਹੱਥੀਂ ਤਿਆਰ ਕੀਤਾ। ਸਭ ਦਾਸਨ ਪਰ ਹੁਕਮ ਉਚਾਰ, ਤੇ ਸਾਰਿਆਂ ਦਾਸਾਂ ਦੇ ਪ੍ਰਤੀ ਵੀ ਹੁਕਮ ਕੀਤਾ। ਦੀਹ ਦਮਦਮਾ ਤੁੰਗ ਕਨੇਰਾ, ਕਿ ਦੀ ਵੱਡਾ ਉੱਚਾ ਜਿਹੜਾ ਦਮਦਮਾ ਥੜਾ ਹੈ, ਉਹਨੂੰ ਜਾ ਕੇ ਉੱਥੇ ਸਾਰੀ ਤਿਆਰੀ ਕਰੋ ਦੀਵਾਨ ਦੀ। ਰਚਹੁ ਰੁਚਿਰ ਤਹ ਫਰਸ਼ ਵੱਡੇਰਾ, ਤੇ ਰਚੋ ਰੁਚਰ, ਰੁਚਰ ਨਾਮੇ ਸੁੰਦਰ ਫਰਸ਼ ਵੀ ਬਣਾਓ ਉੱਥੇ। ਸਤਿਗੁਰਾਂ ਵਾਸਤੇ ਉੱਚਾ ਥੜਾ ਜਿਹੜਾ ਹੈ, ਉੱਤੇ ਗੁਰਤਾ ਦਾ ਆਸਣ ਜਿਹੜਾ ਸਜਾਓ, ਤੇ ਅੱਗੇ ਪੰਡਾਲ ਸਜਾਓ ਜਿਹਦੇ ਵਿੱਚ ਫਰਸ਼ ਵਿਛਾਓ, ਦਰੀਆਂ ਟਾਟ ਚਾਦਰਾਂ ਇਹ ਵਿਛਾਓ। ਸੂਰਜਮੁਖੀ ਹਾਥ ਗਹਥਰੋ, ਤੇ ਸੂਰਜਮੁਖੀਏ ਪਕੜ ਕੇ ਤਖਤ ਦੇ ਅੱਗੋਂ, ਗੁਰਤਾ ਦੇ ਤਖਤ ਦੇ ਅੱਗੋਂ ਖਲੋਣਾ ਕਰੋ। ਸੂਰਜਮੁਖੀਏ ਸੂਰਜ ਜਿਹੇ ਗੋਲਾਕਾਰ ਦੇ ਜਿਹੜੇ ਐ ਉਹ ਜਰੀਦਾਰ ਧਾਗੇ ਦੇ ਨਾਲ ਕੱਢੇ ਹੋਏ, ਇਹ ਸੂਰਜਮੁਖੀਏ ਹੁੰਦੇ ਪਾਤਸ਼ਾਹ ਦੇ ਅੱਗੋਂ ਜਿਹੜੇ ਆ ਉਹ ਪਕੜੇ ਜਾਂਦੇ ਆ। ਜੈਸੇ ਪ੍ਰਕਾਰ ਗੁਰੂ ਕੇ ਪੰਥ ਬੁੱਢੇ ਦਲ ਅੰਦਰ ਵੀ ਜਿਹੜਾ ਜਦੋਂ ਪੰਥ ਚੜ੍ਹਦਾ ਹੈ ਹੋਲੇ ਮਹੱਲਿਆਂ ਨੂੰ, ਤਾਂ ਐਸੇ ਜਿਹੜੇ ਐ ਸੂਰਜਮੁਖੀਏ ਪੰਥ ਵਿੱਚ ਵੀ ਪਕੜੇ ਹੋਏ ਹੁੰਦੇ ਆ ਗੁਰੂ ਕੇ ਸਿੰਘਾਂ ਨੇ ਪੰਥ ਦੀ ਤਾਬਿਆ ਵਿੱਚ। ਇਸੇ ਤਰ੍ਹਾਂ ਪਾਤਸ਼ਾਹ ਵੱਡੇ ਵੱਡੇ ਸਮਰਾਟਾਂ ਦੇ ਅੱਗੋਂ ਇਹ ਸੂਰਜਮੁਖੀਏ ਜਿਹੜੇ ਆ ਨਾ ਪਕੜ ਕੇ ਸਤਿਕਾਰ ਵਿੱਚ ਖਲੋਤੇ ਹੁੰਦੇ ਆ। ਤੇ ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਗੁਰਤਾ ਦੇ ਤਖਤ ਦੇ ਅੱਗੋਂ ਮਾਮਾ ਕਿਰਪਾਲ ਚੰਦ ਜੀ ਨੇ ਆਦੇਸ਼ ਦਿੱਤਾ ਸੇਵਕਾਂ ਨੂੰ ਕਿ ਸੂਰਜਮੁਖੀਏ ਵੀ ਤਿਆਰ ਕਰੋ। ਕੰਚਨ ਦੰਡ ਚਵਰ ਕਰ ਧਰੋ, ਫਿਰ ਕੰਚਨ ਸੋਨੇ ਦੇ ਮੁੱਠੇ ਵਾਲੇ ਚੌਰ ਉਹ ਵੀ ਫੜੋ। ਸੁੰਦਰ ਗਾਦੀ ਰਚੀਹ ਗੁਰ ਕੀ, ਗੁਰਾਂ ਦੀ ਗੱਦੀ ਸੋਹਣੀ ਰਚੋ, ਸੋਹਣੀ ਬਣਾਓ। ਜਥਾ ਰੀਤ ਬਰਤੈ ਬਰ ਧੁਰ ਕੀ, ਤੇ ਜਿਸ ਤਰ੍ਹਾਂ ਧੁਰ ਤੋਂ ਹੀ ਰੀਤ ਚਲੀ ਆਉਂਦੀ ਮਰਜ਼ਾਦਾ, ਉਸੇ ਤਰ੍ਹਾਂ ਗੁਰਤਾ ਦਾ ਸਿੰਘਾਸਣ ਸਜਾਓ। ਜ਼ਰੀਦਾਰ ਮਖਮਲ ਉਪਧਾਨ, ਜਰੀਦਾਰ ਧਾਗੇ ਦੇ ਨਾਲ ਕੱਢੀਆਂ ਹੋਈਆਂ ਚਾਦਰਾਂ ਸੋਹਣੀਆਂ ਵਿਛਾਓ। ਉੱਪਰ ਮਖਮਲੀ ਜਿਹੜੇ ਉਪਧਾਨ, ਜਿਹੜੇ ਮਖਮਲੀ ਸਿਰਹਾਣੇ ਹੈ ਉਹ ਉੱਪਰ ਰੱਖਣਾ ਕਰੋ। ਕਰਹੁਟ ਕਾਵਨ ਸੁੰਦਰ ਆਨ, ਸੋਹਣੇ ਲਿਆ ਕੇ ਸਿਰਹਾਣੇ ਗੱਦੀ ਦੇ ਤਿੰਨ ਪਾਸੇ ਪਿੱਛੇ ਵੀ ਸੱਜੇ ਖੱਬੇ ਵੀ ਟਿਕਾਓ। ਪਠੋ ਮੇਵਰਾ ਸੰਗਤ ਮਾਹੇ, ਫਿਰ ਮੇਵੜਾ ਸਿੱਖ ਵੀ ਭੇਜੋ ਤਾਂ ਕਿ ਸੰਗਤ ਵਿੱਚ ਜਾ ਕੇ ਤੇ ਸੁਨੇਹਾ ਦਵੇ। ਪਹੁੰਚ ਹੈ ਸਕਲ ਦਮਦਮਾ ਜਾਹੇ, ਇਹ ਸਾਰੀਆਂ ਸੰਗਤਾਂ ਜਿਹੜੀਆਂ ਉਹ ਦਮਦਮੇ ਪਹੁੰਚਣ ਤੇ ਆ ਕੇ ਪੰਡਾਲ ਭਰਨ, ਦੀਵਾਨ ਸਜੇ, ਸੰਗਤਾਂ ਆ ਕੇ ਪੰਡਾਲ ਵਿੱਚ ਬੈਠਣ। ਇੰਨੇ ਨੂੰ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਵੀ ਦੀਵਾਨ ਵਿੱਚ ਪਧਾਰਨਗੇ। ਇਸ ਤਰ੍ਹਾਂ ਮਾਤਾ ਗੁਜਰੀ ਜੀ ਨੇ ਭਰਾਤਾ ਭਾਈ ਕਿਰਪਾਲ ਚੰਦ ਜੀ ਨੂੰ ਕਿਹਾ ਸਾਰੀ ਆਪਣੀ ਨਿਗਰਾਨੀ ਹੇਠ ਸਾਰੀ ਤਿਆਰੀ ਕਰਵਾਓ। ਤੇ ਭਾਈ ਕਿਰਪਾਲ ਚੰਦ ਜੀ ਅੱਗੋਂ ਸਾਰਿਆਂ ਮੁਖੀ ਸਿੱਖਾਂ ਨੂੰ, ਮਸੰਦਾਂ ਨੂੰ ਵੱਖ-ਵੱਖ ਡਿਊਟੀਆਂ ਸੌਂਪ ਰਹੇ ਹਨ। ਤੂੰ ਭਾਈ ਪੰਡਾਲ ਦੀ ਸਾਰੀ ਤਿਆਰੀ ਕਰਵਾਉਣੀ ਹੈ, ਤੂੰ ਭਾਈ ਗੁਰਤਾ ਦਾ ਤਖਤ ਉਹ ਸੁਚੱਜੇ ਢੰਗ ਨਾਲ ਸਜਾਉਣਾ ਹੈ। ਇਸੇ ਪ੍ਰਕਾਰ ਤੁਸੀਂ ਭਾਈ ਗੁਰਸਿੱਖੋ ਲੰਗਰ ਦੇ ਵਿੱਚ ਕੋਈ ਤਰੁੱਟੀ ਨਾ ਆਵੇ। ਹਰ ਤਰ੍ਹਾਂ ਦੇ ਨਾਲ ਲੰਗਰ ਦੇ ਵਿੱਚ ਨਾਨਾ ਤਰ੍ਹਾਂ ਦੇ ਪਕਵਾਨ ਤਿਆਰ ਬਰ ਤਿਆਰ ਹੋਣੇ ਚਾਹੀਦੇ ਹੈ। ਤੇ ਫਿਰ ਇੱਥੇ ਹੀ ਬਸ ਨਹੀਂ, ਜਿਹੜੀਆਂ ਸੰਗਤਾਂ ਛਕਣ ਵਾਸਤੇ ਆਉਣ ਬੜੇ ਪ੍ਰੇਮ ਤੇ ਬੜੇ ਪਿਆਰ ਨਾਲ ਹੱਥ ਜੋੜ ਕੇ ਸਭ ਨੂੰ ਛਕਾਉਣਾ ਹੈ। ਕਿਸੇ ਦੀ ਨਰਾਦਰੀ ਨਹੀਂ ਕਰਨੀ, ਕਿਸੇ ਨੂੰ ਮਾਣਜਨਕ ਸ਼ਬਦ ਨਹੀਂ ਬੋਲਣੇ। ਇਹ ਗੁਰੂ ਨਾਨਕ ਦੇਵ ਜੀ ਦੀ ਸੰਗਤ ਆਈ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਹੀ ਰੂਪ ਜਾਣ ਕੇ ਸਾਰਿਆਂ ਦਾ ਸਨਮਾਨ ਕਰਨਾ ਹੈ, ਸਾਰਿਆਂ ਦਾ ਸਤਿਕਾਰ ਕਰਨਾ ਹੈ। ਇਸ ਤਰ੍ਹਾਂ ਮਾਮਾ ਕਿਰਪਾਲ ਚੰਦ ਜੀ ਸਿੱਖਾਂ ਨੂੰ ਅੱਗੋਂ ਵੱਖ-ਵੱਖ ਡਿਊਟੀਆਂ ਸੌਂਪ ਰਹੇ ਹੈ ਤੇ ਸਾਰਾ ਗੁਰੂ ਘਰ ਦਾ ਪ੍ਰਬੰਧ ਜਿਹੜਾ ਇਸ ਤਰ੍ਹਾਂ ਚੱਲ ਰਿਹਾ ਹੈ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਸ਼ ਬੁੱਧੀ ਹੈ ਦਾਸਾਂ ਦੇ
ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਕਰਨ। ਪਠਹੁ ਮੇਵਰਾ ਸੰਗਤ ਮਾਹੇ, ਪਹੁੰਚਹਿ ਸਗਲ ਦਮਦਮਾ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।